ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਕਾਊਂਟਿੰਗ ਕੋਰਸ ਦੇ ਇਸ ਬੇਸਿਕ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਸੈਸ਼ਨ ਦੇ ਵਿੱਚ ਅਸੀਂ ਕੁਝ ਲੈਜਰ ਦੀ ਪ੍ਰੈਕਟਿਸ ਕੀਤੀ ਸੀ। ਅਸੀਂ ਪਹਿਲਾਂ ਜਰਨਲ ਕ੍ਰੀਏਟ ਕੀਤਾ, ਉਸ ਤੋਂ ਬਾਅਦ ਉਸ ਦੀ ਪੋਸਟਿੰਗ ਜਿਹੜੀ ਹੈ ਉਹ ਲੈਜਰ ਦੇ ਵਿੱਚ ਕੀਤੀ ਸੀ। ਹੁਣ ਅਸੀਂ ਉਸੇ ਪ੍ਰੈਕਟਿਸ ਨੂੰ ਥੋੜਾ ਹੋਰ ਅੱਗੇ ਵਧਾਉਂਦੇ ਹੋਏ ਜੋ ਪ੍ਰੈਕਟਿਸ ਸ਼ੀਟ ਮੈਂ ਤੁਹਾਨੂੰ ਦਿੱਤੀ ਸੀ ਉਹ ਵਾਲਾ ਕੁਐਸਚਨ ਜਿਹੜਾ ਹੈ ਉਹ ਅਸੀਂ ਇੱਥੇ ਸੋਲਵ ਕਰਾਂਗੇ। ਇੱਕ ਵਾਰੀ ਫਿਰ ਇਸ ਦੇ ਨਾਲ ਸਾਡੀ ਜਿਹੜੀ ਪ੍ਰੈਕਟਿਸ ਹੈ ਉਹ ਹੋਰ ਅੱਛੀ ਤਰ੍ਹਾਂ ਹੋਣੀ ਚਾਹੀਦੀ ਹੈ। ਸਾਨੂੰ ਜੋ ਲੈਜਰ ਦਾ ਕਨਸੈਪਟ ਹੈ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਇਸ ਤੋਂ ਨੈਕਸਟ ਸੈਸ਼ਨ ਦੇ ਵਿੱਚ ਅਸੀਂ ਇਹਨਾਂ ਦੇ ਜੋ ਇੰਪੋਰਟੈਂਸ ਹੈ, ਇਹਨਾਂ ਲੈਜਰ ਤੋਂ ਅਸੀਂ ਕੀ ਸਿੱਖਿਆ ਹੈ ਉਹ ਅਸੀਂ ਡਿਸਕਸ ਕਰਾਂਗੇ। ਫਿਲਹਾਲ ਅਸੀਂ ਸਿਰਫ ਇਸ ਨੂੰ ਇੱਕ ਵਾਰੀ ਪੋਸਟਿੰਗ ਕਰਨ ਦੇ ਉੱਪਰ ਹੀ ਕਨਸੈਂਟਰੇਟ ਕਰ ਰਹੇ ਹਾਂ ਕਿ ਜਰਨਲ ਤੋਂ ਲੈਜਰ ਦੀ ਪੋਸਟਿੰਗ ਕਿਸ ਤਰ੍ਹਾਂ ਕਰਨੀ ਹੈ। ਉਸ ਤੋਂ ਬਾਅਦ ਇਸ ਦੇ ਵਿੱਚੋਂ ਕੀ ਅਸੀਂ ਐਨਾਲਾਈਜ਼ ਕਰਨਾ ਹੈ, ਕਿਸ ਤਰ੍ਹਾਂ ਇਹਨਾਂ ਦੇ ਅੱਗੋਂ ਬੈਨੀਫਿਟ ਲੈਣਾ ਹੈ ਔਰ ਇਸ ਦੀ ਓਵਰਆਲ ਇੰਪੋਰਟੈਂਸ ਕੀ ਹੈ ਲੈਜਰ ਦੀ, ਉਹ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਡਿਟੇਲ ਵਿੱਚ ਡਿਸਕਸ ਕਰਾਂਗੇ। ਤਾਂ ਫਿਲਹਾਲ ਆਪਾਂ ਇਸ ਪ੍ਰੈਕਟਿਸ ਸ਼ੀਟ ਨੂੰ ਸੋਲਵ ਕਰਦੇ ਹਾਂ, ਜਿਸ 'ਚ ਹੈ ਕਿ ਜਨਰਲਾਈਜ਼ ਦਾ ਫੋਰਿੰਗ ਟ੍ਰਾਂਜੈਕਸ਼ਨ ਐਂਡ ਪੋਸਟ them into the ledger of in the books of Sun House। तो ਆਪਾਂ ਜੋ ਪਹਿਲਾਂ ਜਰਨਲਾਈਜ਼ ਕਰਨਾ ਹੈ ਇਹਨਾਂ ਟ੍ਰਾਂਜੈਕਸ਼ਨਸ ਨੂੰ, ਫਿਰ ਇਹਨਾਂ ਦੀ ਇੱਕ ਪੋਸਟਿੰਗ ਜਿਹੜੀ ਹੈ ਉਹ ਲੈਜਰ ਦੇ ਵਿੱਚ ਕਰਨੀ ਹੈ। ਔਰ ਆਪਣੇ ਕੋਲ ਜੋ ਆਪਣਾ ਇਸ ਵਾਰੀ ਬਿਜ਼ਨਸ ਦਾ ਨਾਮ ਹੈ ਉਹ ਹੈ ਸਨ ਹਾਊਸ। ਤਾਂ ਇਸ 'ਚ ਕੀ ਹੈ ਕਿ ਪਹਿਲੀ ਇੱਕ 2022 ਦੀ ਟ੍ਰਾਂਜੈਕਸ਼ਨ ਹੈ, ਜਿਸ ਦੇ ਵਿੱਚ ਸੈਮ commenced business with cash 75,000। तो ये 1 जनवरी 2022 ਦੇ ਟ੍ਰਾਂਜੈਕਸ਼ਨਸ ਨੇ, ਯਾਨੀ ਕਿ ਇਹ ਜੋ ਈਅਰ ਹੈ ਇਹ 2021-22 ਹੈ ਔਰ ਇਹ ਅਕਾਊਂਟਿੰਗ ਪੀਰੀਅਡ ਜੋ ਸਾਡਾ ਸ਼ੁਰੂ ਹੋ ਰਿਹਾ ਹੈ ਇਹ 1 ਜਨਵਰੀ ਤੋਂ ਸ਼ੁਰੂ ਹੋਏਗਾ ਔਰ ਜੋ ਇਹ ਖਤਮ ਹੋਏਗਾ ਇਹ 31/3/22 ਨੂੰ ਹੀ ਖਤਮ ਹੋਏਗਾ, ਕਿਉਂਕਿ ਇਹ ਸਿਰਫ 3 ਮਹੀਨੇ ਦਾ ਹੋਏਗਾ। ਕਿਉਂਕਿ ਜब ਬਿਜ਼ਨਸ ਨਵਾਂ ਸ਼ੁਰੂ ਹੋ ਰਿਹਾ, ਕਮੈਂਸ ਬਿਜ਼ਨਸ मतलब है कि ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। तो अगर नवा काम शुरू होया है तो जो अकाउंटिंग पीरियड साडा शुरू होंदा है वो जिस डेट ਨੂੰ ਕੰਮ ਸ਼ੁਰੂ ਹੋਵੇ ਉਸ ਡੇਟ ਤੋਂ ਲੈ ਕੇ 31 ਮਾਰਚ ਤੱਕ ਅਸੀਂ ਗਿਰਾਂਗੇ। ਤਾਂ ਇਸ ਵਿੱਚ ਉਹਨਾਂ ਨੇ ਇੱਕ ਤੋਂ ਸ਼ੁਰੂ ਕੀਤਾ ਹੈ। ਤਾਂ ਅਗਰ ਆਪਣਾ ਅਕਾਊਂਟਿੰਗ ਈਅਰ ਜਿਹੜਾ ਹੈ ਉਹ ਫਾਈਨੈਂਸ਼ੀਅਲ ਈਅਰ ਨੂੰ ਹੀ ਮੰਨਿਆ ਹੋਇਆ ਹੈ ਤਾਂ ਆਪਣਾ ਇਹ ਖਤਮ ਹੋਏਗਾ 31/3/22 ਨੂੰ। ਤਾਂ ਇਸ ਤਰੀਕੇ ਦੇ ਨਾਲ ਇਹ ਸਾਡੇ ਕੋਲ ਅਕਾਊਂਟਿੰਗ ਪੀਰੀਅਡ ਆ ਗਿਆ। ਸਾਡੇ ਕੋਲ ਇੱਕ ਫਰਮ ਦਾ ਨਾਮ ਆ ਗਿਆ ਜਿਸ ਦੀਆਂ ਅਸੀਂ ਬੁੱਕਸ ਬਣਾਉਣੀਆਂ ਨੇ। ਹੁਣ ਅਸੀਂ ਸ਼ੁਰੂ ਕਰਦੇ ਹਾਂ। ਸੈਮ ਕਮਰਸ ਦਾ ਮਤਲਬ ਜੋ ਸੈਮ ਨਾਮ ਦਿੱਤਾ ਗਿਆ ਹੈ ਇਹ ਕੌਣ ਹੈ, ਇਹਨੇ ਕੰਮ ਸ਼ੁਰੂ ਕੀਤਾ ਹੈ, ਇਹਦਾ ਮਤਲਬ ਇਹ ਓਨਰ ਦਾ ਨਾਮ ਹੈ। ਤਾਂ ਸਾਨੂੰ ਇੱਥੇ ਥੋੜਾ ਅੰਡਰਸਟੈਂਡਿੰਗ ਆਪਣੇ ਆਪ ਨੂੰ ਜਿਹੜਾ ਹੈ ਸਮਝਣਾ ਪਏਗਾ ਚੀਜ਼ਾਂ ਨੂੰ। ਪ੍ਰੈਕਟੀਕਲੀ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਸਾਰਾ ਕੁਝ ਦੱਸਿਆ ਜਾਂਦਾ ਹੈ ਜਿਸ ਬਿਜ਼ਨਸ ਅਸੀਂ ਕੰਮ ਕਰਦੇ ਹਾਂ, ਲੇਕਿਨ ਇੱਥੇ ਜੋ ਆਪਾਂ ਕੋਲ ਜਦੋਂ ਬੁੱਕਸ ਵਿੱਚ ਆਪਾਂ ਸਿੱਖ ਰਹੇ ਹਾਂ ਤਾਂ ਇੱਥੇ ਜੋ ਬੁੱਕ 'ਚ ਲਿਖਿਆ ਹੋਇਆ ਉੱਥੋਂ ਹੀ ਆਪਾਂ ਅੰਡਰਸਟੈਂਡ ਕਰਨਾ ਹੈ ਕਿ ਬਿਜ਼ਨਸ 'ਚ ਕੀ ਹੋਇਆ ਹੈ। ਤਾਂ ਇਹਦੇ ਨਾਲ ਆਪਣੀ ਅੰਡਰਸਟੈਂਡਿੰਗ ਜਿਹੜੀ ਹੈ ਉਹ ਜ਼ਿਆਦਾ ਬੈਟਰ ਹੋ ਜਾਂਦੀ ਹੈ। ਤਾਂ ਇੱਥੇ ਉਹਨਾਂ ਨੇ ਕਿਹਾ ਕਿ ਸੈਮ ਨੇ ਜਿਹੜਾ ਹੈ ਬਿਜ਼ਨਸ ਸਟਾਰਟ ਕੀਤਾ ਹੈ। तो सैम कमेंस्ड बिजनेस विद कैश। तो जो उन्होंने बिजनेस जो शुरू किया है वो कैश के नाल शुरू किया है एक नूं। तो इसकी आप एंट्री जी है पोस्ट करनी है। तो होया की है कि अपने को जो बिजनेस शुरू किया है तो जो सन हाउस है उस को पैसे आए हैं, सन हाउस की स्थापना हुई है। तो सन हाउस को पैसे जो है कैश जो है वो इन होया है और ये जो देने वाला कौन है, ओनर है जो कि सैम है, एक गिवर है। तो इतने सारे को जो रूल लगेगा वो रियल का लगेगा। पहला डेबिट वट कम्स इन, जो सारे को कैश है वो आया है वो इन हो गया। और गिवर जो है क्रेडिट का गिवर, पर्सनल अकाउंट का रूल लगेगा। डेबिट का रिसीवर, क्रेडिट का गिवर वाला। तो उत्थे सैम जो है वो गिवर है। तो असीं इस एंट्री को जो है पोस्ट करांगे। तो असीं पहली बुक जी है वो जर्नल की शुरुआत करांगे और इत्थे लिखांगे साडे कोल इन द बुक्स ऑफ सन हाउस। तो सन हाउस की बुक्स से असी जो है जर्नल मेनटेन करन जा रहे हैं। तो साढ़े को जो पहली ट्रांजैक्शन है वो 1/1/2022 की है। तो साढ़े को जो पैसे आया है पहली ट्रांजैक्शन सैम ने काम शुरू किया है। तो असी की करांगे, साढ़े को कैश अकाउंट डेबिट होया है और साढ़े को देने वाला कौन है, सैम है, लेकिन सैम मालक है इस करके दे नाल असी वर्ड लगावांगे सैम कैपिटल अकाउंट। तो सैम जो है वो गिवर हो गया फॉर द कमेंसमेंट ऑफ बिजनेस, जो इतने बिजनेस की स्टार्टिंग हुई है उस करके जी ट्रांजैक्शन है वो की गई है। तो इस तरीके पूरी नरेशन लिख के लगाए लाए करना है। मैं टाइम बचाता होया नरेशन इतने नहीं लिखी है। नरेशन में जो स्टेटमेंट गिवन है वही लिख सकते हो, अमाउंट में छड्ड के बाकी सारी स्टेटमेंट इतने लिख सकते हैं। तो साढ़े को कैश की जी है बिजनेस स्टार्ट होया है 75,000 रुपये के नाल ये जी अमाउंट है साढ़े को आई है
और रूल लग्या है डेबिट वट कम्स इन क्रेडिट द गिवर। गिवर क्योंकि मालक है इस करके कैपिटल वर्ड ਅਸੀਂ ਉਸਦੇ ਨਾਲ ਅਟੈਚ ਕਰਕੇ ਉਹਨੂੰ ਕ੍ਰੈਡਿਟ ਕੀਤਾ ਹੈ। तो पहली ट्रांजैक्शन ਸਾਡੀ ਕੰਪਲੀਟ ਹੋ ਗਈ ਹੈ। ਨੈਕਸਟ ਸਾਡੇ ਕੋਲ ਹੈ 2/1 ਨੂੰ ਕੈਸ਼ ਡਿਪੋਜ਼ਿਟ ਇਨਟੂ ਬੈਂਕ। ਅਸੀਂ 2/1 ਨੂੰ ਜਿਹੜਾ ਹੈ ਉਹ ਪੈਸੇ ਬੈਂਕ ਵਿੱਚ ਜਮ੍ਹਾਂ ਕਰਾਏ ਹਨ। ਤਾਂ ਬੈਂਕ ਸਾਡੇ ਕੋਲ ਆਰਟੀਫਿਸ਼ੀਅਲ ਪਰਸਨ ਹੈ, ਬੈਂਕ ਆਰਟੀਫਿਸ਼ੀਅਲ ਪਰਸਨ ਹੈ ਔਰ ਇਹ ਰਿਸੀਵਰ ਹੈ ਔਰ ਕੈਸ਼ ਸਾਡੇ ਕੋਲ ਆਊਟ ਹੋ ਰਿਹਾ ਹੈ, ਰੀਅਲ ਅਕਾਊਂਟ ਹੈ। ਤਾਂ ਰੀਅਲ ਅਕਾਊਂਟ ਜਿਹੜਾ ਹੈ ਆਊਟ ਹੋ ਰਿਹਾ। ਹੁਣ ਤੁਸੀਂ ਇਹਦੀ ਟ੍ਰਾਂਜੈਕਸ਼ਨ ਆਪ ਬਣਾਉਣੀ ਹੈ ਤਾਂ ਕਾਫੀ ਪ੍ਰੈਕਟਿਸ ਕਰ ਲਈ ਹੈ। ਤਾਂ ਕੀ ਹੋਏਗੀ ट्रांजैक्शन जरा सोच के देखो कि अगर रिसीवर है तो पर्सनल ਲਈ आर्टिफिशियल पर्सन ਲਈ ਕੀ रूल लगेगा। बिल्कुल ठीक लगेगा डेबिट द रिसीवर। तो ਅਸੀਂ ਇੱਥੇ ਬੈਂਕ ਨੂੰ ਡੈਬਿਟ ਕਰਾਂਗੇ ਔਰ ਸਾਡੇ ਕੋਲ ਜਾ ਕੀ ਰਿਹਾ ਕੈਸ਼ ਆ ਰਿਹਾ ਤਾਂ ਇੱਥੇ ਕੈਸ਼ ਨੂੰ ਕ੍ਰੈਡਿਟ ਕਰਾਂਗੇ। ਅਮਾਊਂਟ ਹੈ 50,000 50,000। ਨੈਕਸਟ ਸਾਡੇ ਕੋਲ ਟ੍ਰਾਂਜੈਕਸ਼ਨ ਹੈ 3/1 ਨੂੰ 3/1 ਨੂੰ ट्रांजैक्शन है गुड्स परचेज फ्रॉम प्रेम। प्रेम तो जो है पैसे सो प्रेम तो ਅਸੀਂ ਮਾਲ ਪਰਚੇਜ਼ ਕੀਤਾ ਹੈ। ਤਾਂ ਇੱਥੇ ਦੇਖੋ ਗੁੱਡਸ ਜਿਹੜੇ ਖਰੀਦੀਆਂ ਗਈਆਂ ਨੇ ਤਾਂ ਗੁੱਡ ਜਿਹੜੇ ਖਰੀਦੀਆਂ ਗਈਆਂ ਨੇ ਤਾਂ ਗੁੱਡਸ ਆਈਆਂ ਨੇ ਇਨ ਹੋਇਆ ਗੁੱਡ ਸਾਡੇ ਕੋਲ ਰੀਅਲ ਅਕਾਊਂਟ ਹੈ ਔਰ ਸਾਨੂੰ ਦੇਣ ਵਾਲਾ ਕੌਣ ਹੈ ਪ੍ਰੇਮ ਹੈ ਉਹ ਗਿਵਰ ਹੈ ਪਰਸਨਲ ਬੰਦਾ ਹੈ ਪਰਸਨਲ ਅਕਾਊਂਟ ਹੈ। ਤਾਂ ਇਸ ਤਰੀਕੇ ਨਾਲ ਅਸੀਂ ਜੋ ਰੂਲ ਲਗਾਵਾਂਗੇ ਡੈਬਿਟ ਵਟ ਕਮਸ ਇਨ ਔਰ ਕ੍ਰੈਡਿਟ ਦਾ ਗਿਵਰ ਵਾਲਾ ਲਗਾਵਾਂਗੇ ਔਰ ਇਸ ਨੂੰ ਅਸੀਂ ਪੋਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਅਮਾਊਂਟ 3/1 ਨੂੰ ਅਸੀਂ ਇਹ ਪੋਸਟਿੰਗ ਕਰਨੀ ਹੈ। ਤਾਂ ਸਰ ਸਾਡੇ ਕੋਲ ਮਾਲ ਆਇਆ ਹੈ ਤਾਂ ਅਸੀਂ ਗੁੱਡਸ ਪਰਚੇਜ਼ ਅਕਾਊਂਟ ਡੈਬਿਟ ਕਰਦੇ ਹਾਂ। ਤਾਂ ਤੁਹਾਨੂੰ ਆਪਾਂ ਪਿਛਲੇ ਵਾਰੀ ਵੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਗੁੱਡਸ ਵਰਡ ਨੂੰ ਅਸੀਂ ਹੁਣ ਛੱਡ ਦੇਵਾਂਗੇ ਮਾਲ ਖਰੀਦਣ ਨੂੰ ਸਾਨੂੰ ਪਤਾ ਹੈ ਅਸੀਂ ਪਰਚੇਜ਼ ਅਕਾਊਂਟ ਹੀ ਕਹਿੰਦੇ ਹਾਂ। ਤਾਂ ਅਸੀਂ ਸਿੱਧਾ ਲਿਖਾਂਗੇ ਪਰਚੇਜ਼ ਅਕਾਊਂਟ ਡੈਬਿਟ ਔਰ ਕ੍ਰੈਡਿਟ ਅਸੀਂ ਕਰਾਂਗੇ ਜੋ ਸਾਨੂੰ ਗਿਵਰ ਹੈ ਉਹ ਹੈ ਪ੍ਰੇਮ। ਤਾਂ ਉੱਥੇ ਅਸੀਂ ਅਮਾਊਂਟ ਜਿਹੜੀ ਹੈ 40,000 ਰੁਪਏ ਦਾ ਸਮਾਨ ਜੋ ਹੈ ਉਹ ਖਰੀਦਿਆ ਹੈ। ਤਾਂ ਇਸ ਤਰੀਕੇ ਨਾਲ ਸਾਡੇ ਕੋਲ ਡੈਬਿਟ ਵਟ ਕਮਸ ਇਨ ਹੋਇਆ ਔਰ ਕ੍ਰੈਡਿਟ ਦਾ ਗਿਵਰ ਹੋਇਆ। ਤਾਂ ਇਹ ਅਸੀਂ ਐਂਟਰੀ ਜਿਹੜੀ ਹੈ ਉਹ ਪੋਸਟ ਕੀਤੀ ਹੈ। 4/1 ਨੂੰ ਰੈਂਟ ਪੇਡ ਬਾਈ ਚੈੱਕ। ਤਾਂ ਅਸੀਂ ਜੋ ਹੈ ਇੱਥੇ 4/1 ਦੀ ਇੱਕ ਐਂਟਰੀ ਹੈ ਰੈਂਟ ਦਿੱਤਾ ਹੈ। ਤਾਂ ਰੈਂਟ ਦਿੱਤਾ ਹੈ ਤਾਂ ਰੈਂਟ ਸਾਡੇ ਕੋਲ ਨੋਮੀਨਲ ਅਕਾਊਂਟ ਹੈ ਐਕਸਪੈਂਸਿਸ ਹੈ ਕਿਉਂਕਿ ਪੇਡ ਹੋਇਆ ਹੈ ਤਾਂ ਬਾਈ ਚੈੱਕ ਹੋਇਆ ਹੈ। ਇਸ ਮਤਲਬ ਇੱਥੇ ਕੀ ਇਨਵੋਲਵਡ ਹੈ ਬੈਂਕ ਦੇ ਵਿੱਚੋਂ ਪੈਸੇ ਜਾਣਗੇ ਤਾਂ ਬੈਂਕ ਸਾਡੇ ਲਈ ਕੀ ਬਣ ਜਾਏਗਾ ਗਿਵਰ ਬਣ ਜਾਏਗਾ। ਤਾਂ ਜਦੋਂ ਵੀ ਚੈੱਕ ਜਾਂਦਾ ਹੈ ਤਾਂ ਉਹ ਪੈਸੇ ਬੈਂਕ ਵਿੱਚੋਂ ਨਿਕਲਦੇ ਹਨ ਤਾਂ ਬੈਂਕ ਨੂੰ ਅਸੀਂ ਗਿਵਰ ਮੰਨਦੇ ਹਾਂ। ਤਾਂ ਰੈਂਟ ਜੋ ਪੇਡ ਕੀਤਾ ਹੈ ਦਾ ਮਤਲਬ ਸਾਡੇ ਕੋਲ ਖਰਚਾ ਹੋਇਆ ਹੈ ਔਰ ਨੋਮੀਨਲ ਦਾ ਰੂਲ ਸਾਨੂੰ ਯਾਦ ਹੈ ਡੈਬਿਟ ਆਲ ਦਾ ਐਕਸਪੈਂਸਿਸ ਐਂਡ ਲਾਸਿਸ ਕ੍ਰੈਡਿਟ ਆਲ ਦਾ ਇਨਕਮ ਐਂਡ ਗੇਨਸ। ਖਰਚੇ ਅਤੇ ਘਾਟਿਆਂ ਨੂੰ ਡੈਬਿਟ ਕਰੋ ਆਮਦਨ ਅਤੇ ਪ੍ਰੋਫਿਟ ਨੂੰ ਗੇਨਸ ਨੂੰ ਕ੍ਰੈਡਿਟ ਕਰੋ। ਤਾਂ ਇੱਥੇ ਅਸੀਂ ਖਰਚਾ ਕੀਤਾ ਹੈ ਇਸ ਕਰਕੇ ਖਰਚੇ ਨੂੰ ਡੈਬਿਟ ਕਰਾਂਗੇ ਤਾਂ ਅਸੀਂ ਇੱਥੇ ਰੈਂਟ ਅਕਾਊਂਟ ਨੂੰ ਡੈਬਿਟ ਕਰਾਂਗੇ। ਅਸੀਂ ਰੈਂਟ ਪੇਡ ਅਕਾਊਂਟ ਡੈਬਿਟ ਵੀ ਕਰ ਸਕਦੇ ਹਾਂ ਕਈ ਵਾਰ ਰੈਂਟ ਅਸੀਂ ਰਿਸੀਵ ਵੀ ਕਰਦੇ ਹਾਂ ਅਤੇ ਪੇ ਵੀ ਕਰਦੇ ਹਾਂ ਤਾਂ ਉਸ ਦੇ ਲਈ ਸਾਨੂੰ ਅਲੱਗ-ਅਲੱਗ ਕਰਨ ਵਾਸਤੇ ਰੈਂਟ ਪੇਡ ਅਕਾਊਂਟ ਵੀ ਯੂਜ਼ ਕੀਤਾ ਜਾ ਸਕਦਾ ਹੈ। ਤਾਂ ਰੈਂਟ ਅਕਾਊਂਟ ਡੈਬਿਟ ਟੂ ਕੈਸ਼ ਨਹੀਂ ਗਿਆ ਚੈੱਕ ਗਿਆ ਹੈ ਤਾਂ ਬੈਂਕ ਵਿੱਚੋਂ ਪੈਸੇ ਗਏ ਹਨ ਤਾਂ ਟੂ ਬੈਂਕ ਅਮਾਊਂਟ ਹੈ ਇਸ ਦੀ 5100। तो इस तरीके ਨਾਲ ਜਿਹੜੀ ਪੋਸਟਿੰਗ ਹੈ ਉਹ ਕੀਤੀ ਜਾਏਗੀ। ਨੈਕਸਟ ਟ੍ਰਾਂਜੈਕਸ਼ਨ ਸਾਡੇ ਕੋਲ ਹੈ 5/1 ਨੂੰ ਇੰਟਰਸਟ ਰਿਸੀਵਡ ਫਰੋਮ ਬੈਂਕ। ਇੱਥੇ ਅਮਾਊਂਟ ਰਹਿ ਗਈ ਹੈ ਲਿਖਣਾ ਤੁਸੀਂ ਜਿਹੜਾ ਹੈ ਇੱਥੇ ਲਿਖ ਸਕਦੇ ਹੋ 500 ਰੁਪੀਜ਼। ਤਾਂ ਇੱਥੇ ਆਪਾਂ ਲਿਖ ਦਾਂਗੇ ਕਿ 5/1 ਨੂੰ ਆਪਾਂ ਨੂੰ ਵਿਆਜ ਪ੍ਰਾਪਤ ਹੋਇਆ ਹੈ ਬੈਂਕ ਤੋਂ। ਤਾਂ ਅਗੇਨ ਵਿਆਜ ਇੱਥੇ ਪ੍ਰਾਪਤ ਹੋਇਆ ਹੈ ਕੋਈ ਚੀਜ਼ ਪ੍ਰਾਪਤ ਹੋਈ ਹੈ ਉਹ ਤਾਂ ਉਹ ਸਾਡੀ ਇੰਟਰਸਟ ਹੈ ਔਰ ਉਹ ਹੈ ਇਨਕਮ। ਤਾਂ ਜੋ ਸਾਨੂੰ ਪਤਾ ਲੱਗ ਗਿਆ ਕਿ ਇਨਕਮ ਪ੍ਰਾਪਤ ਹੋਈ ਹੈ ਸਾਨੂੰ ਵਿਆਜ ਮਿਲਿਆ ਹੈ ਤਾਂ ਇੰਟਰਸਟ ਜੋ ਵਿਆਜ ਹੈ ਉਹ ਹੋ ਗਿਆ ਨੋਮੀਨਲ ਅਕਾਊਂਟ ਔਰ ਇਨਕਮ ਹੋ ਗਿਆ। ਲੇਕਿਨ ਇਹ ਮਿਲਿਆ ਕਿੱਥੇ ਹੈ ਬੈਂਕ ਵਿੱਚ ਕੈਸ਼ ਨਹੀਂ ਮਿਲਿਆ ਹੈ ਪੈਸੇ ਬੈਂਕ ਵਿੱਚ ਹੀ ਆਏ ਹਨ ਕਿਉਂਕਿ ਜਦੋਂ ਬੈਂਕ ਵਿਆਜ ਦਿੰਦਾ ਹੈ ਤਾਂ ਬੈਂਕ ਦੇ ਵਿੱਚ ਹੀ ਸਾਡੇ ਅਕਾਊਂਟ ਵਿੱਚ ਐਡ ਕਰ ਦਿੰਦਾ ਹੈ ਤਾਂ ਬੈਂਕ ਸਾਡੇ ਬਿਹਾਫ ਦੇ ਉੱਪਰ ਇਹ ਪੈਸੇ ਰਿਸੀਵ ਕਰ ਰਿਹਾ ਹੈ। ਤਾਂ ਬੈਂਕ ਜੋ ਹੈ ਉਹ ਰਿਸੀਵਰ ਹੋ ਗਿਆ ਔਰ ਇਨਕਮ ਜੋ ਹੈ ਸਾਨੂੰ ਨੋਮੀਨਲ ਅਕਾਊਂਟ ਦੀ ਉਹ ਹੋ ਗਈ। ਤਾਂ ਦੋ ਰੂਲ ਲੱਗਣਗੇ ਪਰਸਨਲ ਵਾਲਾ ਵੀ ਅਤੇ ਨੋਮੀਨਲ ਵਾਲਾ ਵੀ। ਇੱਥੇ ਬੈਂਕ ਰਿਸੀਵਰ ਹੈ ਤਾਂ ਡੈਬਿਟ ਦਾ ਰਿਸੀਵਰ ਔਰ ਇਨਕਮ ਜੋ ਹੈ ਕ੍ਰੈਡਿਟ ਹੋਈ ਹੈ ਕਿਉਂਕਿ ਨੋਮੀਨਲ ਅਕਾਊਂਟ ਵਿੱਚ ਇਨਕਮ ਐਂਡ ਗੇਨਸ ਨੂੰ ਅਸੀਂ ਕ੍ਰੈਡਿਟ ਕਰਦੇ ਹਾਂ ਲਾਭ ਨੂੰ ਅਸੀਂ ਜਿਹੜਾ ਹੈ ਉਹ ਕ੍ਰੈਡਿਟ ਕਰਦੇ ਹਾਂ। ਤਾਂ ਇੱਥੇ ਅਸੀਂ ਕੀ ਕਰਾਂਗੇ ਡੇਟ ਪਾਵਾਂਗੇ 5/1 ਨੂੰ ਅਸੀਂ ਐਂਟਰੀ ਕੀਤੀ ਹੈ। ਸਾਡੇ ਕੋਲ ਪੈਸੇ ਜਿਹੜੇ ਆਏ ਹੈ ਡੈਬਿਟ ਦਾ ਰਿਸੀਵਰ ਬੈਂਕ ਅਕਾਊਂਟ ਡੈਬਿਟ ਹੋ ਰਿਹਾ ਹੈ ਔਰ ਸਾਡੇ ਕੋਲੋਂ ਇਨਕਮ ਜਿਹੜੀ ਹੈ ਟੂ ਇੰਟਰਸਟ ਅਕਾਊਂਟ ਦੀ ਉਹ ਆ ਰਹੀ ਹੈ। ਅਮਾਊਂਟ ਅਸੀਂ ਲਿਖਿਆ ਸੀ
500। तो इस तरीके ਨਾਲ ਅਸੀਂ ਪੋਸਟਿੰਗ ਜਿਹੜੀ ਹੈ ਉਹ ਕਰਨੀ ਹੈ। ਨੈਕਸਟ ਸਾਡੇ ਕੋਲ ਹੈ ਫਰਨੀਚਰ ਪਰਚੇਜ਼ ਐਂਡ ਚੈੱਕ ਇਸ਼ੂਡ 11000। ਇੱਥੇ ਅਸੀਂ ਫਰਨੀਚਰ ਪਰਚੇਜ਼ ਕੀਤਾ ਹੈ ਔਰ ਚੈੱਕ ਦਿੱਤਾ ਹੈ। ਇੱਥੇ ਅਸੀਂ ਫਰਨੀਚਰ ਲਿਖਿਆ ਹੈ, ਇੱਥੇ ਗੁੱਡਸ ਪਰਚੇਜ਼ ਨਹੀਂ ਕੀਤੀਆਂ। ਤੇ ਇਹਦਾ ਮਤਲਬ ਸਾਡੇ ਕੋਲ ਫਰਨੀਚਰ ਜੋ ਹੈ ਉਹ ਇੱਕ ਐਸਿਡ ਦੇ ਤੌਰ ਤੇ ਅਸੀਂ ਬਾਏ ਕਰ ਰਹੇ ਹਾਂ ਔਰ ਉਹ ਸਾਡੇ ਕੋਲ ਚੀਜ਼ ਹੈ, ਰੀਅਲ ਅਕਾਊਂਟ ਤਾਂ ਹੈ ਹੀ ਹੈ, ਸਾਡੇ ਕੋਲ ਟੈਂਜੀਬਲ ਐਸਿਡ ਆ ਰਹੀ ਹੈ ਤਾਂ ਉਹ ਇਨ ਹੋ ਰਿਹਾ ਹੈ। ਔਰ ਜਾ ਕੀ ਰਿਹਾ ਹੈ, ਚੈੱਕ ਜਾ ਰਿਹਾ ਹੈ। ਚੈੱਕ ਕਿੱਥੋਂ ਜਾ ਰਿਹਾ ਹੈ, ਤਾਂ ਫਿਰ ਉਹੀ ਕੁਐਸਚਨ ਪਿੱਛੇ ਆਪਾਂ ਡਿਸਕਸ ਕੀਤਾ ਸੀ ਕਿ ਪੈਸੇ ਬੈਂਕ 'ਚੋਂ ਜਾ ਰਹੇ ਹੈ ਤਾਂ ਬੈਂਕ ਸਾਡੇ ਲਈ ਗਿਵਰ ਹੋ ਜਾਂਦਾ ਹੈ। ਤਾਂ ਸਾਡੇ ਕੋਲ ਜੋ ਚੀਜ਼ ਆਈ ਹੈ ਉਹਨੂੰ ਡੈਬਿਟ ਕਰਾਂਗੇ ਔਰ ਜੋ ਗਿਵਰ ਹੈ ਉਸਨੂੰ ਕ੍ਰੈਡਿਟ ਕਰਾਂਗੇ। ਤਾਂ ਆਇਆ ਕੀ ਹੈ, ਫਰਨੀਚਰ ਆਇਆ ਹੈ। ਤਾਂ ਡੇਟ ਜਿਹੜੀ ਸੀ ਉਸਦੀ ਹੈ 6/1 ਔਰ ਅਮਾਊਂਟ ਹੈ 11000। ਤਾਂ 6/1 ਨੂੰ ਅਸੀਂ ਜਿਹੜਾ ਹੈ ਫਰਨੀਚਰ ਅਕਾਊਂਟ ਡੈਬਿਟ ਕਰਨਾ ਹੈ। ਪਰਚੇਜ਼ ਇੱਥੇ ਸ਼ਬਦ ਯੂਜ਼ ਨਹੀਂ ਕਰਨਾ ਹੈ ਕਿਉਂਕਿ ਇੱਥੇ ਗੁੱਡਸ ਨਹੀਂ ਪਰਚੇਜ਼ ਕੀਤੀਆਂ ਗਈਆਂ। ਇੱਥੇ ਜਿਹੜੇ ਹੈ ਉਹ ਐਸਿਡ ਦੇ ਤੌਰ ਤੇ ਫਰਨੀਚਰ ਨੂੰ ਬਾਏ ਕੀਤਾ ਹੈ। ਤਾਂ ਅਸੀਂ ਫਰਨੀਚਰ ਅਕਾਊਂਟ ਨੂੰ ਡੈਬਿਟ ਕਰਾਂਗੇ ਔਰ ਸਾਡੇ ਕੋਲੋਂ ਗਿਆ ਕੀ ਹੈ, ਚੈੱਕ ਗਿਆ ਹੈ। ਤਾਂ ਬੈਂਕ ਅਕਾਊਂਟ ਜਿਹੜਾ ਹੈ ਉਹ ਕ੍ਰੈਡਿਟ ਹੋਏਗਾ। 11000 ਰੁਪਏ ਦੇ ਨਾਲ ਬੈਂਕ ਦੇ ਵਿੱਚੋਂ ਪੈਸੇ ਚਲੇ ਗਏ, ਕ੍ਰੈਡਿਟ ਗਿਵਰ ਹੋ ਗਿਆ ਔਰ ਐਸਿਡ ਸਾਡੇ ਕੋਲ ਇਨ ਹੋ ਗਈ, ਡੈਬਿਟ ਵੱਟ ਕਮਸ ਇਨ ਹੋ ਗਿਆ। ਨੈਕਸਟ ਟ੍ਰਾਂਜੈਕਸ਼ਨ ਸਾਡੇ ਕੋਲ ਹੈ ਕਮਿਸ਼ਨ ਰਿਸੀਵਡ ਬਾਈ ਚੈੱਕ। ਅਗੇਨ ਸਾਨੂੰ ਕਮਿਸ਼ਨ ਮਿਲਿਆ ਹੈ ਲੇਕਿਨ ਇਸ ਵਾਰੀ ਬਾਈ ਚੈੱਕ ਮਿਲਿਆ ਹੈ। तो जो कमीशन मिलया है तो मतलब सानू इनकम हो गई है, कमीशन रिसीवड है वो साड़ी इनकम है और इनकम नॉमिनल अकाउंट है। तो चैक जो मिलया है वो पैसे बैंक में आए हैं, बैंक साढ़े लिए रिसीवर है। तो इत्थे असी उही रूल फिर लगावांगे नॉमिनल वाला ही, लेकिन दूजी साइड लगेगी डैबिट द रिसीवर और क्रेडिट इनकम एंड गेन्स। तो असी इत्थे डेट जिहड़ी है 7/1 पावांगे। 7/1/22 ਨੂੰ ਅਸੀਂ ਜਿਹੜਾ ਹੈ बैंक ਨੂੰ बैंक ਸਾਡਾ ਹੈ ਆਇਆ ਹੈ ਪੈਸੇ ਤਾਂ बैंक ਨੂੰ ਅਸੀਂ ਡੈਬਿਟ ਕਰਾਂਗੇ ਔਰ ਟੂ ਕਮਿਸ਼ਨ ਅਕਾਊਂਟ ਨੂੰ ਕ੍ਰੈਡਿਟ ਕਰਾਂਗੇ। ਤਾਂ ਅਮਾਊਂਟ ਸਾਡੇ ਕੋਲ ਸੀਗੀ 21000 ਰੁਪਏ। 21000 ਰੁਪਏ ਦਾ ਸਾਨੂੰ ਕਮਿਸ਼ਨ ਜਿਹੜਾ ਹੈ ਉਹ ਮਿਲਿਆ ਹੈ। ਇਸ ਤੋਂ ਬਾਅਦ ਨੈਕਸਟ ਸਾਡੇ ਕੋਲ ਇੱਕ ਹੋਰ ਐਂਟਰੀ ਹੈ ਜੀ, ਤਾਂ ਉਸ ਦੇ ਵਿੱਚ 8/1 ਨੂੰ ਗੁੱਡ ਸੋਲਡ ਫॉर ਕੈਸ਼। ਅਸੀਂ ਮਾਲ ਵੇਚਿਆ ਹੈ ਨਗਦ। ਇਹ ਟ੍ਰਾਂਜੈਕਸ਼ਨ ਅਸੀਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ। ਤਾਂ ਫਿਰ ਵੀ ਅਸੀਂ ਜਦੋਂ ਮਾਲ ਵੇਚਿਆ ਹੈ ਤਾਂ ਸੇਲ ਹੋਇਆ ਹੈ, ਪੈਸੇ ਸਾਡੇ ਕੋਲ ਇਨ ਹੋਏ ਹਨ ਤਾਂ ਕੈਸ਼ ਅਕਾਊਂਟ ਡੈਬਿਟ ਟੂ ਸੇਲ ਅਕਾਊਂਟ। ਗੁੱਡਸ ਵਰਡ ਅਸੀਂ ਪਿਛਲੇ ਵਾਰੀ ਕਿਹਾ ਸੀ ਵੀ ਨਹੀਂ ਲਿਖਣ ਦੀ ਲੋੜ, ਅਸੀਂ ਉਸ ਦਾ ਹੀ ਸੇਲ ਅਕਾਊਂਟ ਵਿੱਚ ਟ੍ਰਾਂਜੈਕਸ਼ਨ ਪੋਸਟ ਕਰ ਦੇਣੀ ਹੈ ਔਰ ਅਮਾਊਂਟ ਹੈ 12000 ਰੁਪਏ। ਤਾਂ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਟ੍ਰਾਂਜੈਕਸ਼ਨ ਅਸੀਂ ਜਿਹੜੀਆਂ ਨੇ ਉਹ ਇਹਦੇ ਵਿੱਚ ਰਿਕਾਰਡ ਕਰ ਲਈਆਂ ਨੇ। ਹੁਣ ਨੈਕਸਟ ਅਸੀਂ ਜੋ ਡਿਸਕਸ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਇਹਨਾਂ ਦੀ ਪੋਸਟਿੰਗ ਕਰਨੀ ਹੈ। ਤਾਂ ਇੱਕ ਬੁੱਕ ਅਸੀਂ ਜਰਨਲ ਸ਼ੁਰੂ ਕੀਤੀ, ਉਸ 'ਤੇ ਸਾਰੀਆਂ ਟ੍ਰਾਂਜੈਕਸ਼ਨ ਅਸੀਂ ਲਿਖ ਲਈਆਂ ਡੇ ਵਾਈਜ਼। ਹੁਣ ਅਸੀਂ ਦੂਜੀ ਬੁੱਕ 'ਤੇ ਜਾਵਾਂਗੇ ਜਿਹਨੂੰ ਅਸੀਂ ਨਾਮ ਦਿੱਤਾ ਹੈ ਲੈਜਰ। ਉਹਨਾਂ ਦੇ ਵਿੱਚ ਸਾਰੇ ਅਕਾਊਂਟ ਜਿਹੜੇ ਆ ਖੋਲ੍ਹੇ ਜਾਣਗੇ ਔਰ ਫਿਰ ਉਹਦੀ ਜਿਹੜੀ ਹੈ ਉਹ ਪੋਸਟਿੰਗ ਕੀਤੀ ਜਾਏਗੀ। ਮੈਂ ਟਾਈਮ ਬਚਾਉਣ ਵਾਸਤੇ ਕੁਛ ਅਕਾਊਂਟ ਜਿਹੜੇ ਆਲਰੇਡੀ ਖੋਲ੍ਹ ਕੇ ਰੱਖੇ ਹੋਏ ਹੈ। ਤਾਂ ਇਹ ਲੈਜਰ ਸਾਡੇ ਕੋਲ ਹੈ। ਇਸ 'ਚ ਪਹਿਲਾ ਅਕਾਊਂਟ ਅਸੀਂ ਖੋਲ੍ਹਿਆ ਹੈ ਕੈਸ਼ ਅਕਾਊਂਟ। ਤਾਂ ਜੋ ਪਹਿਲੀ ਟ੍ਰਾਂਜੈਕਸ਼ਨ ਹੈ ਇਸ ਦੀ ਅਸੀਂ ਉਹ ਤੋਂ ਪੋਸਟ ਕਰਦੇ ਹਾਂ। ਤਾਂ 1/1/22 ਨੂੰ ਕੈਸ਼ ਅਕਾਊਂਟ ਡੈਬਿਟ ਟੂ ਸੈਮ ਕੈਪੀਟਲ। ਤਾਂ ਅਸੀਂ ਕੈਸ਼ ਨੂੰ ਜਿਹੜਾ ਹੈ ਇਸ ਟ੍ਰਾਂਜੈਕਸ਼ਨ 'ਚ ਡੈਬਿਟ ਲਿਖਿਆ ਹੈ। ਤਾਂ ਅਸੀਂ ਜਦੋਂ ਡੈਬਿਟ ਲਿਖਿਆ ਹੈ ਤਾਂ ਅਸੀਂ ਇਸ ਨੂੰ ਡੈਬਿਟ ਵਾਲੇ ਪਾਸੇ ਹੀ ਲਿਖਾਂਗੇ 1/1 ਨੂੰ। ਇੱਥੇ ਡੇਟ ਪਾਵਾਂਗੇ ਔਰ ਅਸੀਂ ਆਪਣੇ ਅਕਾਊਂਟ 'ਚ ਆਪਣਾ ਨਾਮ ਨਹੀਂ ਲਿਖਣਾ ਗਾ, ਦੂਸਰਾ ਲਿਖਣਾ ਹੈ। ਤਾਂ ਦੂਸਰਾ ਹੈ ਟੂ ਸੈਮ ਕੈਪੀਟਲ ਅਕਾਊਂਟ। ਟੂ ਸੈਮ ਕੈਪੀਟਲ ਅਕਾਊਂਟ ਸਾਡੇ ਕੋਲ ਅਮਾਊਂਟ ਹੈ। ਇੱਥੇ ਜੋ ਅਸੀਂ ਜਰਨਲ ਦਾ ਪੇਜ ਨੰਬਰ ਹੈ ਉਹ ਲਿਖਦੇ ਹਾਂ। ਇੱਥੇ ਆਪਣੇ ਕੋਲ ਪੇਜ ਨੰਬਰ ਆਪਾਂ ਨਹੀਂ ਲਗਾਏ ਹੋਏ, ਇਸ ਕਰਕੇ ਇਹਨੂੰ ਛੱਡ ਦਿੰਦੇ ਹਾਂ ਔਰ ਅਮਾਊਂਟ ਜਿਹੜੀ ਹੈ ਉਹ ਇੱਥੇ ਲਿਖਦੇ ਹਾਂ 75000 ਰੁਪਇਆ ਜਿਹੜਾ ਹੈ ਅਸੀਂ ਇੱਥੇ ਲਿਖ ਦਿੱਤਾ ਹੈ। ਤਾਂ ਇਸ ਤਰੀਕੇ ਨਾਲ ਪਹਿਲੀ ਪੋਸਟਿੰਗ ਹੋ ਗਈ। ਕੈਸ਼ ਨੂੰ ਅਸੀਂ ਡੈਬਿਟ ਕੀਤਾ ਔਰ ਸੈਮ ਨੂੰ ਅਸੀਂ ਕ੍ਰੈਡਿਟ ਕਰਦੇ ਹਾਂ ਤਾਂ ਉਹ ਡੈਬਿਟ ਸਾਈਡ 'ਤੇ ਲਿਖਿਆ ਜਾਏਗਾ ਟੂ ਸੈਮ ਕੈਪੀਟਲ। ਹੁਣ ਦੂਸਰਾ ਅਕਾਊਂਟ ਸਾਡੇ ਕੋਲ ਹੈ ਸੈਮ ਕੈਪੀਟਲ। ਅਸੀਂ ਇਸ ਦੀ ਪੋਸਟਿੰਗ ਵੀ ਨਾਲ ਹੀ ਕਰਨੀ ਹੈ, ਭੁੱਲਣਾ ਨਹੀਂ ਹੈ। ਹਰ ਟ੍ਰਾਂਜੈਕਸ਼ਨ ਦੇ ਦੋ ਸਾਈਡਾਂ ਨੇ ਔਰ ਦੋਵਾਂ ਨੂੰ ਅਸੀਂ ਪੋਸਟ ਕਰਦੇ ਹਾਂ। ਅਸੀਂ ਦੇਖਿਆ ਸੀ ਕਿ ਡਬਲ ਐਂਟਰੀ ਸਿਸਟਮ ਹੈ, ਹਰ ਟ੍ਰਾਂਜੈਕਸ਼ਨ ਦੇ ਦੋ ਸਾਈਡਸ ਨੇ ਔਰ ਅਸੀਂ ਦੋ ਅਕਾਊਂਟ 'ਚ ਅਲੱਗ-ਅਲੱਗ ਪੋਸਟ ਕਰਾਂਗੇ। ਹੁਣ ਜੋ ਸੈਕਿੰਡ ਅਕਾਊਂਟ ਹੋਏਗਾ ਉਹ ਸੈਮ ਕੈਪੀਟਲ ਅਕਾਊਂਟ ਹੈ। ਅਸੀਂ ਸੈਮ ਕੈਪੀਟਲ ਨੂੰ ਕੀ ਕੀਤਾ ਸੀ ਇਸ ਟ੍ਰਾਂਜੈਕਸ਼ਨ ਦੇ ਵਿੱਚ, ਆਹ ਸੈਮ ਕੈਪੀਟਲ ਦੀ ਡੈਬਿਟ ਸਾਈਡ ਹੈ, ਆਹ ਸੈਮ ਕੈਪੀਟਲ ਦੀ ਕ੍ਰੈਡਿਟ ਸਾਈਡ ਹੈ। ਤਾਂ ਇੱਥੇ ਅਸੀਂ ਜਿਹੜਾ ਹੈ ਸੈਮ ਕੈਪੀਟਲ ਨੂੰ ਕਿਉਂਕਿ ਕ੍ਰੈਡਿਟ ਕੀਤਾ ਹੈ ਕੈਸ਼ ਅਕਾਊਂਟ ਡੈਬਿਟ ਟੂ ਸੈਮ ਕੈਪੀਟਲ, ਤਾਂ ਅਸੀਂ ਇੱਥੇ दूसरा वाला साइड ਜਿਹੜਾ है क्रेडिट वाले पासे दूसरा नाम जो है कैश बाय अ कैश अकाउंट वो लिखांगे और अमाउंट सामने से लिखांगे 75000 रुपए। तो इस तरीके ਦੇ ਨਾਲ ਪਹਿਲੀ ਜਿਹੜੀ ਟ੍ਰਾਂਜੈਕਸ਼ਨ ਹੈ ਉਹ ਕੰਪਲੀਟ ਹੋ ਗਈ ਹੈ। ਕੈਸ਼ ਦੇ ਵਿੱਚ ਡੈਬਿਟ ਸਾਈਡ ਤੇ ਆਇਆ ਹੈ ਔਰ ਸੈਮ ਕੈਪੀਟਲ 'ਚ
ਕ੍ਰੈਡਿਟ ਸਾਈਡ ਤੇ ਆਇਆ ਹੈ। ਨੈਕਸਟ ਟ੍ਰਾਂਜੈਕਸ਼ਨ ਸਾਡੇ ਕੋਲ ਹੈ ਬੈਂਕ ਅਕਾਊਂਟ ਡੈਬਿਟ ਟੂ ਕੈਸ਼। 2/1 ਨੂੰ ਅਸੀਂ ਬੈਂਕ ਅਕਾਊਂਟ ਡੈਬਿਟ ਟੂ ਕੈਸ਼, ਥਰਡ ਜਿਹੜਾ ਬੈਂਕ ਅਕਾਊਂਟ ਅਸੀਂ ਖੋਲਿਆ ਹੈ ਤਾਂ ਬੈਂਕ ਨੂੰ ਅਸੀਂ ਅਗੇਨ ਇਸ ਸਾਈਡ ਤੇ ਡੈਬਿਟ ਕੀਤਾ ਹੈ, ਇਹ ਸਾਈਡ ਸਾਡੀ ਕ੍ਰੈਡਿਟ ਸਾਈਡ ਹੈ, ਤਾਂ ਐਂਟਰੀ ਅਸੀਂ ਬੈਂਕ ਅਕਾਊਂਟ ਨੂੰ ਡੈਬਿਟ ਕੀਤਾ ਹੈ, ਤਾਂ ਬੈਂਕ ਅਕਾਊਂਟ ਦੀ ਡੈਬਿਟ ਸਾਈਡ ਤੇ ਅਸੀਂ ਇੱਥੇ ਲਿਖਾਂਗੇ ਟੂ ਕੈਸ਼, ਔਰ ਡੇਟ ਜਿਹੜੀ ਹੈ ਇੱਥੇ ਪਾਵਾਂਗੇ 2/1/22, ਔਰ ਨਾਲ ਹੀ ਇਹਦੀ ਅਮਾਊਂਟ ਜਿਹੜੀ ਹੈ ਉਹ ਇੱਥੇ ਪਾਵਾਂਗੇ 2/1/22 ਟੂ ਕੈਸ਼ 50,000 ਰੁਪਏ। ਔਰ ਦੂਸਰੇ ਅਕਾਊਂਟ ਜਿਹੜਾ ਹੈ ਕੈਸ਼ ਅਕਾਊਂਟ 'ਚ ਵਾਪਸ ਜਾਵਾਂਗੇ। ਇੱਕ ਸੈੱਟ ਦੇ ਵਿੱਚ ਅਸੀਂ ਇੱਕ ਜੋ ਬਣਾ ਰਹੇ ਹਾਂ ਬੁੱਕਸ ਅਸੀਂ ਲੈਜਰ ਦੀਆਂ, ਜਿੱਥੇ ਲਿਖਣਾ ਰਹਿ ਗਿਆ ਸਾਡੇ ਕੋਲੋਂ, ਅਸੀਂ ਜਿਹੜਾ ਹੈ ਇਹ ਸਨ ਹਾਊਸ ਦੀਆਂ ਬੁੱਕਸ ਜਿਹੜੀਆਂ ਨੇ ਉਹ ਬਣਾ ਰਹੇ ਹਾਂ, ਤਾਂ ਸਾਰਾ ਜਿੰਨੀਆਂ ਵੀ ਸਨ ਹਾਊਸ ਦੀਆਂ ਟ੍ਰਾਂਜੈਕਸ਼ਨ ਨੇ ਸਾਰੀਆਂ ਕੈਸ਼ ਦੀਆਂ ਇਸੇ ਅਕਾਊਂਟ 'ਚ ਕੀਤੀਆਂ ਜਾਣਗੀਆਂ। ਕੈਸ਼ ਅਕਾਊਂਟ ਇੱਕ ਵਾਰੀ ਖੋਲ ਲਿਆ ਹੈ ਤਾਂ ਜਿੰਨਾ ਵੀ ਪੈਸਾ ਆਇਆ ਗਿਆ ਉਹ ਇੱਥੇ ਹੀ ਆਉਣਾ ਹੈ, ਇਸ ਨੂੰ ਅਸੀਂ ਦੂਜੀ ਵਾਰੀ ਨਹੀਂ ਖੋਲਾਂਗੇ। ਤਾਂ ਕੈਸ਼ ਅਕਾਊਂਟ ਅਸੀਂ ਹੁਣੇ ਦੇਖਿਆ ਹੈ ਕਿ ਬੈਂਕ 'ਚ ਪੈਸੇ ਜਮ੍ਹਾਂ ਕਰਾਏ ਹੈ, ਤਾਂ ਕੈਸ਼ ਨੂੰ ਅਸੀਂ ਕ੍ਰੈਡਿਟ ਕੀਤਾ ਸੀ, ਬੈਂਕ ਅਕਾਊਂਟ ਡੈਬਿਟ ਟੂ ਕੈਸ਼, ਤਾਂ ਕੈਸ਼ ਤੇ ਅਸੀਂ ਕ੍ਰੈਡਿਟ ਸਾਈਡ ਤੇ ਆ ਗਏ ਆ, ਤੇ ਕ੍ਰੈਡਿਟ ਸਾਈਡ ਤੇ ਆ ਕੇ ਇੱਥੇ 2/1 ਡੇਟ ਪਾਵਾਂਗੇ, ਔਰ ਇੱਥੇ ਅਸੀਂ ਲਿਖਾਂਗੇ ਦੂਸਰਾ ਨਾਮ ਬਾਏ ਬੈਂਕ। ਕਦੇ ਵੀ ਆਪਣੇ ਅਕਾਊਂਟ 'ਚ ਆਪਣਾ ਨਾਮ ਆਪਾਂ ਨਹੀਂ ਲਿਖਣਾ, ਔਰ ਜਿਸ ਸਾਈਡ ਤੋਂ ਅਸੀਂ ਕ੍ਰੈਡਿਟ ਜਾਂ ਡੈਬਿਟ ਕੀਤਾ ਹੈ ਉਸ ਹਿਸਾਬ ਨਾਲ ਹੀ ਐਂਟਰੀ ਪੋਸਟ ਕਰਨੀ ਹੈ। ਤਾਂ ਦੂਸਰੀ ਐਂਟਰੀ ਅਸੀਂ ਪੋਸਟ ਕਰ ਚੁੱਕੇ ਹਾਂ। ਤੀਸਰੀ ਸਾਡੇ ਕੋਲ ਹੈ 3/1 ਨੂੰ ਪਰਚੇਜ਼ ਅਕਾਊਂਟ ਡੈਬਿਟ ਟੂ ਪ੍ਰੇਮ। ਤਾਂ ਅਸੀਂ ਦੋ ਅਕਾਊਂਟ ਨਵੇਂ ਖੋਲ੍ਹਣ ਵਾਲੇ ਆ, ਕਿਉਂਕਿ ਦੋਨੋਂ ਹੀ ਨਹੀਂ ਖੋਲ੍ਹੇ ਹੋਏ ਇਹ, ਤਾਂ ਅਸੀਂ ਪ੍ਰੇਮ ਔਰ ਪਰਚੇਜ਼ ਦੋਨੋਂ ਜਿਹੜੇ ਅਕਾਊਂਟ ਖੋਲ੍ਹੇ ਹੈ, ਤਾਂ ਪਹਿਲਾਂ ਅਸੀਂ ਖੋਲ੍ਹਿਆ ਹੈ ਪਰਚੇਜ਼ ਅਕਾਊਂਟ। ਆਹ ਪਰਚੇਜ਼ ਅਕਾਊਂਟ ਦੀ ਡੈਬਿਟ ਸਾਈਡ ਹੈ, ਆਹ ਕ੍ਰੈਡਿਟ ਸਾਈਡ ਹੈ। ਐਂਟਰੀ ਆਪਾਂ ਨੂੰ ਯਾਦ ਹੈ ਪਰਚੇਜ਼ ਅਕਾਊਂਟ ਨੂੰ ਡੈਬਿਟ ਕੀਤਾ ਹੈ, ਤਾਂ ਡੈਬਿਟ ਸਾਈਡ ਤੇ ਆ ਕੇ ਇੱਥੇ ਆਪਾਂ 3/1 ਡੇਟ ਪਾ ਦੇਵਾਂਗੇ, ਔਰ ਇੱਧਰਲੇ ਪਾਸੇ ਲਿਖਾਂਗੇ ਟੂ ਪ੍ਰੇਮ, ਔਰ ਅਮਾਊਂਟ ਜਿਹੜੀ ਹੈ ਉਹ ਇੱਥੇ ਲਿਖੀ ਜਾਏਗੀ। ਬਿਲਕੁਲ ਇਹਦਾ ਜਿਹੜਾ ਹੈ ਹੁਣ ਪ੍ਰੇਮ ਅਕਾਊਂਟ ਖੋਲ੍ਹਿਆ ਜਾਏਗਾ। ਪ੍ਰੇਮ ਅਕਾਊਂਟ ਅਸੀਂ ਇੱਥੇ ਨੀਚੇ ਖੋਲ੍ਹਿਆ ਹੈ, ਇਸ ਦਾ ਅਸੀਂ ਡੈਬਿਟ ਸਾਈਡ ਹੈ, ਆਹ ਇਸ ਦੀ ਕ੍ਰੈਡਿਟ ਸਾਈਡ ਹੈ। ਤਾਂ ਪ੍ਰੇਮ ਨੂੰ ਅਸੀਂ ਐਂਟਰੀ 'ਚ ਕ੍ਰੈਡਿਟ ਕੀਤਾ ਹੈ ਪਰਚੇਜ਼ ਅਕਾਊਂਟ ਡੈਬਿਟ ਟੂ ਪ੍ਰੇਮ, ਤਾਂ ਪ੍ਰੇਮ ਦੀ ਕ੍ਰੈਡਿਟ ਸਾਈਡ ਤੇ ਲਿਖਾਂਗੇ ਬਾਏ ਪਰਚੇਜ਼, ਔਰ ਅਮਾਊਂਟ ਜਿਹੜੀ ਹੈ ਉਹ ਇੱਥੇ ਆਏਗੀ। ਤਾਂ ਇਸ ਤਰੀਕੇ ਨਾਲ ਇਹ ਐਂਟਰੀ ਵੀ ਇੱਥੇ ਪੋਸਟ ਕਰ ਚੁੱਕੇ ਹਾਂ ਅਸੀਂ। ਨੈਕਸਟ ਸਾਡੇ ਕੋਲ ਹੈ ਰੈਂਟ ਅਕਾਊਂਟ ਡੈਬਿਟ ਟੂ ਬੈਂਕ। ਤਾਂ ਰੈਂਟ ਅਕਾਊਂਟ ਸਾਡੇ ਕੋਲ ਹੁਣ ਇੱਥੇ ਨਹੀਂ ਹੈ, 4/1 ਨੂੰ ਅਸੀਂ ਰੈਂਟ ਅਕਾਊਂਟ ਜਿਹੜਾ ਹੈ ਨਵਾਂ ਖੋਲਾਂਗੇ। ਰੈਂਟ ਅਕਾਊਂਟ ਤੇ ਅਸੀਂ ਇੱਕ ਹੋਰ ਲੈਜਰ ਦੇ ਵਿੱਚ ਖੋਲ ਲਿਆ, ਰੈਂਟ ਅਕਾਊਂਟ ਹੈ ਇਹ, ਤਾਂ ਇਹ ਰੈਂਟ ਅਕਾਊਂਟ ਦੀ ਡੈਬਿਟ ਸਾਈਡ ਹੈ, ਆਹ ਇਸ ਦੀ ਕ੍ਰੈਡਿਟ ਸਾਈਡ ਹੈ। ਐਂਟਰੀ ਹੈ ਰੈਂਟ ਅਕਾਊਂਟ ਡੈਬਿਟ, ਤਾਂ ਰੈਂਟ ਅਕਾਊਂਟ ਦੀ ਡੈਬਿਟ ਤੇ ਅਸੀਂ ਗਏ, ਇੱਥੇ ਅਸੀਂ ਡੇਟ ਪਾਈ 4/1/22, ਔਰ ਇੱਥੇ ਲਿਖਿਆ ਰੈਂਟ ਅਕਾਊਂਟ ਡੈਬਿਟ ਟੂ ਬੈਂਕ, ਅਮਾਊਂਟ ਲਿਖਿਆ 5100। ਬੈਂਕ ਅਕਾਊਂਟ ਅਸੀਂ ਆਲਰੇਡੀ ਖੋਲ੍ਹਿਆ ਹੋਇਆ ਹੈ, ਜਿੰਨੀਆਂ ਵੀ ਟ੍ਰਾਂਜੈਕਸ਼ਨ ਬੈਂਕ ਨੇ ਜਿਹੜਾ ਵੈਸੇ ਅਕਾਊਂਟ ਜਾਣਗੀਆਂ, ਤਾਂ ਇਹ ਸਾਡੇ ਕੋਲ ਬੈਂਕ ਅਕਾਊਂਟ ਹੈ। ਇਸ ਟ੍ਰਾਂਜੈਕਸ਼ਨ ਅਸੀਂ ਬੈਂਕ ਨੂੰ ਕ੍ਰੈਡਿਟ ਕੀਤਾ ਹੈ, ਤਾਂ ਇੱਥੇ ਅਸੀਂ ਡੇਟ ਪਾ ਕੇ 4/1 ਨੂੰ ਕ੍ਰੈਡਿਟ ਸਾਈਡ ਤੇ ਲਿਖਾਂਗੇ ਬਾਏ ਰੈਂਟ, ਔਰ ਅਮਾਊਂਟ ਆਏਗੀ 5100। ਨੈਕਸਟ ਟ੍ਰਾਂਜੈਕਸ਼ਨ ਸਾਡੇ ਕੋਲ ਹੈ ਬੈਂਕ ਅਕਾਊਂਟ ਡੈਬਿਟ ਟੂ ਇੰਟਰਸਟ। ਸਾਨੂੰ ਬੈਂਕ ਨੂੰ ਅਸੀਂ ਡੈਬਿਟ ਕੀਤਾ ਹੈ ਔਰ ਇੰਟਰਸਟ ਅਕਾਊਂਟ ਨੂੰ ਕ੍ਰੈਡਿਟ ਕੀਤਾ ਹੈ, ਤਾਂ ਬੈਂਕ ਅਕਾਊਂਟ ਸਾਡੇ ਕੋਲ ਆਲਰੇਡੀ ਹੈ, ਤਾਂ ਇਸਦੀ ਕਿਉਂਕਿ ਬੈਂਕ ਨੂੰ ਡੈਬਿਟ ਕੀਤਾ ਹੈ ਤਾਂ ਬੈਂਕ ਦੀ ਡੈਬਿਟ ਸਾਈਡ ਤੇ ਆਏ, ਡੇਟ ਪਾਈ 5/1/22, ਔਰ ਇੱਥੇ ਲਿਖਿਆ ਗਿਆ ਟੂ ਇੰਟਰਸਟ ਅਕਾਊਂਟ, ਅਮਾਊਂਟ ਲਿਖਿਆ ਇੱਥੇ ਅਸੀਂ 500। ਇੰਟਰਸਟ ਅਕਾਊਂਟ ਸਾਨੂੰ ਨਵਾਂ ਖੋਲ੍ਹਣਾ ਪਏਗਾ, ਆਲਰੇਡੀ ਨਹੀਂ ਹੈ ਸਾਡੇ ਕੋਲ, ਅਸੀਂ ਇੱਥੇ ਖੋਲ੍ਹ ਲਿਆ। ਇਹ ਇੰਟਰਸਟ ਦੀ ਡੈਬਿਟ ਸਾਈਡ ਹੈ, ਇਹ ਇੰਟਰਸਟ ਦੀ ਕ੍ਰੈਡਿਟ ਸਾਈਡ ਹੈ, ਔਰ ਇੰਟਰਸਟ ਨੂੰ ਅਸੀਂ ਕ੍ਰੈਡਿਟ ਕੀਤਾ ਹੈ, ਤਾਂ ਇੱਥੇ ਲਿਖਾਂਗੇ ਅਸੀਂ ਬਾਏ ਬੈਂਕ, ਅਮਾਊਂਟ ਲਿਖਾਂਗੇ 500। ਤਾਂ ਇਸ ਤਰੀਕੇ ਨਾਲ ਇਹ ਸਾਡੇ ਕੋਲ ਐਂਟਰੀ ਜਿਹੜੀ ਹੈ ਪੋਸਟ ਹੋ ਚੁੱਕੀ ਹੈ। ਔਰ ਨੈਕਸਟ ਐਂਟਰੀ ਸਾਡੇ ਕੋਲ ਹੈ ਫਰਨੀਚਰ ਅਕਾਊਂਟ ਡੈਬਿਟ ਟੂ ਬੈਂਕ। ਅਸੀਂ ਜਿਹੜਾ ਹੈ ਇੱਕ ਹੋਰ ਵਾਲੀ ਟ੍ਰਾਂਜੈਕਸ਼ਨ ਬੈਂਕ 'ਚ ਕੀਤੀ ਹੈ, ਫਰਨੀਚਰ ਖਰੀਦਿਆ ਸੀ, ਤਾਂ ਫਰਨੀਚਰ ਨੂੰ ਅਸੀਂ ਡੈਬਿਟ ਕੀਤਾ ਹੈ, ਤਾਂ ਇੱਕ ਅਕਾਊਂਟ ਸਾਨੂੰ ਹੋਰ ਖੋਲ੍ਹਣਾ ਪਏਗਾ ਫਰਨੀਚਰ ਅਕਾਊਂਟ। ਤਾਂ ਫਰਨੀਚਰ ਅਕਾਊਂਟ ਅਸੀਂ ਇੱਥੇ ਡੈਬਿਟ ਸਾਈਡ ਹੈ, ਆ ਕ੍ਰੈਡਿਟ ਸਾਈਡ ਹੈ। ਫਰਨੀਚਰ ਨੂੰ ਅਸੀਂ ਡੈਬਿਟ ਕੀਤਾ ਹੈ, ਤਾਂ ਡੇਟ ਪਾਵਾਂਗੇ ਇੱਥੇ ਅਸੀਂ, ਔਰ ਇੱਧਰ ਲਿਖਾਂਗੇ ਟੂ ਬੈਂਕ, ਅਮਾਊਂਟ ਜਿਹੜੀ ਹੈ ਉਹ ਸੀਗੀ 11,000 ਰੁਪਏ, ਟੂ ਬੈਂਕ 11,000 ਰੁਪਏ, ਔਰ ਬੈਂਕ ਅਕਾਊਂਟ ਸਾਡੇ ਕੋਲ ਆਲਰੇਡੀ ਹੈ ਉੱਪਰ। ਤਾਂ ਬੈਂਕ ਅਕਾਊਂਟ ਦੇ ਵਿੱਚ ਅਸੀਂ ਵਾਪਸ ਜਾਵਾਂਗੇ, ਔਰ ਇੱਥੇ ਅਸੀਂ ਜਿਹੜੀ ਟ੍ਰਾਂਜੈਕਸ਼ਨ ਹੈ ਉਹ 6/1 ਨੂੰ ਬੈਂਕ ਨੂੰ ਅਸੀਂ ਕ੍ਰੈਡਿਟ ਕੀਤਾ ਹੈ, ਤਾਂ ਅਸੀਂ ਇੱਥੇ ਲਿਖਾਂਗੇ ਬਾਏ
फर्नीचर, इतने अमाउंट सी 5100 और इतने अमाउंट है 11000, राइट। तो इस तरीके ਦੇ ਨਾਲ ਅਸੀਂ ਜਿਹੜੀ ਹੈ ਇਹ ਐਂਟਰੀ ਇੱਥੇ ਪੋਸਟ ਜਿਹੜੀ ਹੈ ਉਹ ਕੀਤੀ ਹੈ ਫਰਨੀਚਰ ਅਕਾਊਂਟ, ਇੱਥੇ ਆ ਜਾਏਗਾ। ਨੈਕਸਟ ਸਾਡੇ ਕੋਲ ਹੈ ਬੈਂਕ ਅਕਾਊਂਟ ਡੈਬਿਟ ਟੂ ਕਮਿਸ਼ਨ। ਬੈਂਕ ਅਕਾਊਂਟ ਸਾਡੇ ਕੋਲ ਆਲਰੇਡੀ ਹੈ ਤਾਂ ਬੈਂਕ ਅਕਾਊਂਟ ਦੇ ਵਿੱਚ ਹੀ ਆਏਗਾ। ਇਹ ਸਾਡੇ ਕੋਲ ਬੈਂਕ ਅਕਾਊਂਟ ਹੈ ਇੱਧਰ, ਤਾਂ ਅਸੀਂ ਪਾਵਾਂਗੇ ਡੇਟ 7/22 ਨੂੰ ਟੂ ਕਮਿਸ਼ਨ ਅਕਾਊਂਟ और अमाउंट साढ़े कोल सी इसकी 21,000 और एक अकाउंट साढ़े कोल होर खोलना पएगा कमीशन अकाउंट, और साढ़े कोल नहीं है तो असीं नीचे जाके एक अकाउंट जिहड़ा है वो खोलांगे। कमीशन अकाउंट खोलिया है इत्थे और इहनूं असीं करांगे डैबिट और आ है क्रैडिट। कमीशन असीं क्रैडिट कीता है तो इसकी क्रैडिट साइड ते बाय बैंक 21,000। इस तरीके नाल एंट्री पोस्ट हो गई है। लास्ट ट्रांजैक्शन साढ़े कोल एक होर बची है जिस ते असीं लिखिया सी कैश अकाउंट डैबिट टू सेल्स अकाउंट। वो पिछले जो ड्रॉ किया उधर आ जाता है। तो 8 नंबर की ट्रांजैक्शन है साढ़े कोल कि जो असीं पोस्ट किया है वो असीं इत्थे पोस्टिंग करनी है लास्ट ट्रांजैक्शन की 8/1 की कैश अकाउंट डैबिट टू सेल अकाउंट। तो असीं कैश अकाउंट ऑलरेडी साढ़े कोल उपर खुलिया होया है तो असीं कैश अकाउंट की डैबिट साइड पर जावांगे क्योंकि कैश नूं असीं डैबिट किया है। तो कैश की डैबिट साइड पर आके इत्थे पावांगे डेट 8/1/22 और इत्थे लिखांगे टू सेल्स और इत्थे अमाउंट जिहड़ी है वो है 12,000। तो टू सेल्स अकाउंट असीं 12,000 रुपये नाल डैबिट किया है और उस तो बाद लास्ट साढ़े कोल है सेल्स अकाउंट नवा खोलना पएगा। इस पहली ट्रांजैक्शन पा रहे हैं तो सेल दे जी डैबिट साइड है और आह क्रैडिट साइड है इधरले। तो इधर असीं लिखांगे डेट 8/1 और इत्थे पावांगे बाय कैश अकाउंट और अमाउंट सी 12,000। तो ये है प्रैक्टिस शीट पूरी कर ली है। इस तुसीं समझ देख सकते हो कि आप किस तरीके दे नाल जिहड़ी है वो एंट्रियां पाईयां हन। आप इस तो एंट्री बना भी सकते हैं जिवें बैंक अकाउंट डैबिट टू कैश, बैंक अकाउंट डैबिट टू इंटरस्ट, बैंक अकाउंट डैबिट टू कमीशन और साढ़े कोल दूसरा पासा है जो क्रेडिट है उस दे विच असीं लिखिया है बाय रेंट, इसका मतलब रेंट डैबिट सी एंट्री दे विच। रेंट अकाउंट डैबिट टू जिहड़ा है वो बैंक असीं करांगे और इस तरीके नाल फर्नीचर जो है डैबिट होएगा और बैंक जो है वो क्रेडिट होएगा। फर्नीचर अकाउंट डैबिट टू बैंक, ये साडी जनरल एंट्री सी। तो इस तुसीं प्रैक्टिस जिहड़ी है वो करनी है। जिन्ने भी प्रैक्टिस शीट दित्तियां ने सारियां दे जर्नल करके सब दे लैजे तुसीं बनाने हन। इसनूं नैक्सट विच किस तरीके नाल असीं बैलेंस करना है और इस तो की साडे इंपॉर्टेंस है, इस तो की असीं एनालाइज करदे हां, ਉਹਦੇ ਬਾਰੇ ਆਪਾਂ ਜਿਹੜੀ ਹੈ डिटेल डिस्कशन नैक्सट सैशन 'ਚ ਕਰਾਂਗੇ। एक प्रैक्टिस शीट मैं इत्थे अटैच कर रहा हाँ जिस 'ਚ बहुत सारे अकाउंट्स ने और नाम लिखे हुए हैं जिवें कैश, बैंक, बिल्डिंग, इस तरह के नाम दिते हुए हैं। तुसीं जिहड़ा है आइडेंटिफाई करना है कि ये अकाउंट साडे कोल एसेट्स ने, लाइबिलिटीज़ ने, एक्सपेंसिस ने या इनकम है। तो इन्हां चारां दे विच तुसीं क्लासीफिकेशन करनी है उस शीट की, तुहाडे नाल इत्थे डिस्क्रिप्शन दे विच अटैच कीती है। नैक्सट दे विच असीं उसनूं सॉल्व भी करांगे और लैजर की जोड़ा एनालाइज है उसनूं भी समझांगे। इस सैशन च इन्ना ही। एक बार फिर तुहाडा सारिआं दा बहुत बहुत शुक्रिया। थैंक यू।